ਕੁਝ ਕੁ ਜਿਹੜੀਆਂ ਹੈਗੀਆਂ ਕਮਿਊਨਿਸਟ ਧਿਰਾਂ ਉਹ ਚੋਣਾਂ ਦੇ ਵਿੱਚ ਹਿੱਸਾ ਵੀ ਲੈਂਦੀਆਂ ਨੇ, ਉਹ ਕਹਿੰਦੀਆਂ ਲੜਨੀਆਂ ਚਾਹੀਦੀਆਂ। ਤਾਂ ਕੀ ਫਰਕ ਆ? ਉਹ ਕਿਉਂ ਕਹਿ ਰਹੇ ਨੇ ਕਿ ਲੜਨੀਆਂ ਚਾਹੀਦੀਆਂ? ਕੀ ਇਹਦੇ ਵਿੱਚ ਲੱਗਦਾ ਹੈ? ਜਿਹੜੀਆਂ ਕਿ ਇਲੈਕਸ਼ਨਾਂ ਪੈਸੇ ਦੇ ਜ਼ੋਰ ਤੇ, ਬਾਹੂਬਲ ਦੇ ਜ਼ੋਰ ਤੇ, ਗੁੰਡਾਗਰਦੀ ਦੇ ਜ਼ੋਰ ਤੇ, ਨਸ਼ੇ ਦੇ ਜ਼ੋਰ ਤੇ ਜਿੱਤੀਆਂ ਜਾਂਦੀਆਂ, ਉਸ ਦਲਦਲ ਦੇ ਵਿੱਚ ਅਸੀਂ ਕਿਉਂ ਖੁੱਭਾਂਗੇ? ਅੱਜ ਕਿਸਾਨ ਸੰਘਰਸ਼ ਦੀ ਜਿਹੜੀ ਚੜ੍ਹਤ ਬਣੀ ਦੁਨੀਆ ਦੇ ਵਿੱਚ, ਜਿਹੜੀ ਠੁੱਕ ਬਣੀ ਦੁਨੀਆ ਦੇ ਵਿੱਚ, ਜਿਹੜਾ ਇੱਕ ਹੁੰਗਾਰਾ ਮਿਲਿਆ, ਉਸ ਨੂੰ ਦਗਾ ਦੇ ਕੇ ਇਹ ਜਿਹੜੀਆਂ ਸੋ ਕਾਲਡ ਕਮਿਊਨਿਸਟ ਧਿਰਾਂ ਨੇ, ਜਿਨ੍ਹਾਂ ਦੇ ਵਿੱਚ CPI ਹੈ, ਜਿਨ੍ਹਾਂ ਦੇ ਵਿੱਚ CPM ਹੈ, ਜਿਹਦੇ ਵਿੱਚ RMPI ਹੈ, ਜਿਹਦੇ ਵਿੱਚ ਲਿਬਰੇਸ਼ਨ ਗਰੁੱਪ ਹੈ, ਇਹ ਸਾਰੀਆਂ ਹੀ ਜਿਹੜੀਆਂ ਵੋਟ ਪਾਰਟੀਆਂ। ਤੇ ਹੁਣ ਤੁਸੀਂ ਆਮ ਕਿਸੇ ਵੀ ਪਿੰਡ ਦੇ ਵਿੱਚ ਆਮ ਸਧਾਰਨ ਬੰਦੇ ਨਾਲ ਚਰਚਾ ਕਰੋ ਤੇ ਸਾਰੇ ਇਸ ਗੱਲੋਂ ਨਿਰਾਸ਼ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੇ ਵਿੱਚੋਂ ਅੱਡ ਹੋ ਕੇ ਇਹਨਾਂ ਧਿਰਾਂ ਨੂੰ ਇਹ ਪੰਗਾ ਨਹੀਂ ਸੀ ਲੈਣਾ ਚਾਹੀਦਾ। ਇਹ ਜਿਹੜੀਆਂ ਵੀ ਸੋ ਕਾਲਡ ਕਮਿਊਨਿਸਟ ਧਿਰਾਂ ਇਹਨਾਂ ਚੋਣਾਂ ਦੇ ਵਿੱਚ ਹਿੱਸਾ ਲੈ ਰਹੀਆਂ, ਸਾਡੀ ਸਮਝਦਾਰੀ ਹੈ ਕਿ ਅਸਲ 'ਚ ਉਹ ਕਮਿਊਨਿਸਟ ਫਲਸਫੇ ਨੂੰ ਛੱਡ ਚੁੱਕੇ ਨੇ। ਉਹਨਾਂ ਦਾ ਕਮਿਊਨਿਸਟ ਸਿਧਾਂਤ ਦੇ ਨਾਲ ਕੋਈ ਨੇੜੇ ਤੇੜੇ ਦਾ ਵਾਸਤਾ ਨਹੀਂ। ਇਹ ਦੁਨੀਆ ਭਰ ਦੀ ਕੁੱਲ ਪੂੰਜੀ ਦਾ 80% ਹੈ ਜਿਹੜਾ ਉਹ ਦੁਨੀਆ ਦੇ 180 ਵੱਡੇ ਪੂੰਜੀਪਤੀਆਂ ਕੋਲ ਹੈ। ਇਹਦਾ ਮਤਲਬ ਹੈ ਕਿ ਉਹ ਕਾੜਾ ਜਿਹੜਾ ਸਰਮਾਏ ਦਾ ਕਿਲਾ ਹੈ, ਜਿਹਦੇ ਤੇ 120 ਬੰਦਿਆਂ ਦਾ ਕਬਜ਼ਾ ਹੈ, ਉਹ ਕਿਲਾ ਅਸੀਂ ਤੋੜਨਾ ਹੈ। ਉਹਨੂੰ ਇਨਕਲਾਬ ਕਹਿੰਦੇ ਆ, ਉਹਨੂੰ ਕ੍ਰਾਂਤੀ ਕਹਿੰਦੇ ਆ। ਚੋਣਾਂ ਲੜ ਰਹੇ ਨੇ ਜੀ, ਉਹ ਆਪਣੇ ਆਪ ਨੂੰ ਉਹ ਵੀ ਕਹਿ ਰਹੇ ਕਿ ਅਸੀਂ ਇਨਕਲਾਬੀ ਹਾਂ ਨਾ। ਇੱਕ ਬਹਿਸ ਵੀ ਚੱਲ ਰਹੀ ਹੈ ਪ੍ਰਤੀਬੱਧ ਵਾਲਿਆਂ ਦੀ ਵੀ, ਹਨ ਉਹ ਵੀ ਲੜਨੀਆਂ ਚਾਹੀਦੀਆਂ ਨੇ। ਤਾਂ ਕੀ ਉਹਨਾਂ ਨੂੰ ਫਿਰ ਆਪਾਂ ਇਨਕਲਾਬੀ ਕਹਿ ਸਕਦੇ ਹਾਂ? ਉਹਨਾਂ ਨੂੰ ਕੀ ਕਹੀਏ? ਗੁਰਦੁਆਰਾ ਸਾਹਿਬਾਂ ਦੇ ਵਿੱਚ ਜਿਹੜੇ ਭੋਗ ਪਾਏ ਜਾ ਰਹੇ ਨੇ, ਉੱਥੇ ਸੰਗਤ ਵੱਡੀ ਪੱਧਰ ਤੇ ਇਕੱਠੀ ਹੁੰਦੀ ਹੈ, ਮਾਵਾਂ ਭੈਣਾਂ ਬਜ਼ੁਰਗ। ਪਰ ਮੈਂ ਇੱਕ ਦੇਖਿਆ ਕਿ ਉਹਨਾਂ ਇਕੱਠਾਂ ਦੇ ਵਿੱਚ, ਸਨਮਾਨ ਸਮਾਗਮਾਂ ਦੇ ਵਿੱਚ, ਸਾਡਾ ਜਿਹੜਾ 1/3 ਹਿੱਸਾ ਹੈ ਸਮਾਜ ਦਾ, 33% ਜਿਹੜੇ ਵਿਹੜੇ ਵਾਲੇ ਸਾਡੇ ਗਰੀਬ ਮਜ਼ਦੂਰ ਨੇ, ਉਹਨਾਂ ਦੀ ਪਾਰਟੀਸਪੇਸ਼ਨ ਨਹੀਂ ਹੈ। ਉਹ ਬਾਈਕਾਟਾਂ ਕਰਕੇ ਟੁੱਟ ਗਿਆ, ਕਮੀ ਕਮੀਨ ਕਰਨ ਕਰਕੇ ਟੁੱਟ ਗਿਆ, ਉਹ ਦਿਹਾੜੀਆਂ ਘੱਟ ਦੇਣ ਕਰਕੇ ਟੁੱਟ ਗਿਆ, ਉਹ ਜਾਤੀ ਨਫ਼ਰਤ ਕਰਕੇ ਟੁੱਟ ਗਿਆ। ਬਾਵਜੂਦ ਇਹਦੇ ਕਿ ਪ੍ਰੋਗਰੈਸਿਵ ਸਿੱਖ ਵਿਚਾਰਧਾਰਾ ਦੇ ਬਾਵਜੂਦ ਪੰਜਾਬ ਨੇ ਉਹਨਾਂ ਗੁਰੂਆਂ ਦੇ, ਉਹਨਾਂ ਖਾਨਾਂ ਤੇ, ਉਹਨਾਂ ਸੇਧਾਂ ਤੇ ਪਹਿਰਾ ਨਹੀਂ ਦਿੱਤਾ। ਦੁਨੀਆ ਤੇ ਤੁਹਾਡਾ ਸਵਾਗਤ ਹੈ। ਮੈਂ ਮਨਦੀਪ। ਇਸ ਟਾਈਮ ਚੋਣਾਂ ਦਾ ਮਾਹੌਲ ਆ, ਚਾਰੇ ਪਾਸੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਸੱਥਾਂ ਦੇ ਵਿੱਚ ਚੋਣਾਂ ਦੀਆਂ ਹੀ ਗੱਲਾਂ ਚੱਲ ਰਹੀਆਂ ਨੇ। ਲੋਕ ਆਪਸ ਵਿੱਚ ਗੱਲਾਂ ਕਰਦੇ ਨੇ, ਕੌਣ ਜਿੱਤੇਗਾ, ਕੌਣ ਹਾਰੇਗਾ। ਲੋਕ ਮੁੱਦਿਆਂ ਦੀ ਵੀ ਗੱਲ ਹੋ ਰਹੀ ਆ। ਬਹੁਤ ਸਾਰੇ ਥਾਵਾਂ ਤੇ ਵੋਟਾਂ ਮੰਗਣ ਜਦੋਂ ਜਾਂਦੇ ਨੇ ਨੇਤਾ, ਤਾਂ ਉਹਨਾਂ ਦਾ ਵਿਰੋਧ ਵੀ ਹੋ ਰਿਹਾ। ਤਾਂ ਪੰਜਾਬ ਦੇ ਵਿੱਚ ਕਮਿਊਨਿਸਟ ਧਿਰਾਂ ਜਿਹੜੀਆਂ, ਉਹ ਜ਼ਿਆਦਾਤਰ ਚੋਣਾਂ ਦਾ ਬਾਈਕਾਟ ਕਰ ਰਹੀਆਂ ਨੇ, ਵਿਰੋਧ ਕਰ ਰਹੀਆਂ ਨੇ ਕਿ ਚੋਣਾਂ ਦੇ ਵਿੱਚ ਲੜਨਾ ਕੋਈ ਵਜ੍ਹਾ ਨਹੀਂ, ਚੋਣਾਂ ਜਿਹੜੀਆਂ ਬੇਕਾਰ ਆ, ਫਾਲਤੂ ਚੀਜ਼ ਸਮਝਿਆ ਜਾਂਦਾ ਚੋਣਾਂ ਨੂੰ ਕਮਿਊਨਿਸਟ ਧਿਰਾਂ ਵੱਲੋਂ। ਤੋਂ ਸਾਡੇ ਨਾਲ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕਮਲਜੀਤ ਖੰਨਾ ਜੀ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਸਵਾਗਤ ਹੈ ਜੀ ਤੁਹਾਡਾ। ਧੰਨਵਾਦ ਜੀ। ਮੈਂ ਗੱਲ ਕਰਕੇ ਹਟਿਆ ਜੀ ਪਹਿਲਾਂ ਵੀ ਕਿ ਚੋਣਾਂ ਦਾ ਮਾਹੌਲ ਆ, ਸਿਆਸੀ ਮਾਹੌਲ ਜਿਹੜਾ ਭਖਿਆ ਹੋਇਆ ਏ। ਤਾਂ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਚੋਣਾਂ ਨੂੰ? ਜਿਵੇਂ ਤੁਸੀਂ ਕਹਿ ਰਹੇ ਹੋ ਕਿ ਚੋਣਾਂ ਨਹੀਂ ਲੜਨੀਆਂ ਚਾਹੀਦੀਆਂ, ਤੁਹਾਨੂੰ ਕਿਉਂ ਲੱਗਦਾ ਚੋਣਾਂ ਨਹੀਂ ਲੜਨੀਆਂ ਚਾਹੀਦੀਆਂ? ਅਸੀਂ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਸਾਡੀ ਸਮਝਦਾਰੀ ਇਹ ਹੈ ਕਿ ਨਾ ਅਸੀਂ ਚੋਣਾਂ 'ਚ ਖੜਦੇ ਹਾਂ, ਨਾ ਅਸੀਂ ਚੋਣਾਂ ਦਾ ਬਾਈਕਾਟ ਕਰਦੇ ਹਾਂ। ਅਸੀਂ ਇਹ ਸਮਝਦੇ ਹਾਂ ਕਿ ਚੋਣਾਂ ਸਾਡੇ ਦੇਸ਼ ਦੇ ਬਹੁ ਗਿਣਤੀ ਲੋਕਾਂ ਦਾ, ਕਿਰਤੀ ਲੋਕਾਂ ਦੇ ਮਸਲਿਆਂ ਦਾ ਹੱਲ ਨਹੀਂ ਹੈ। ਕਿਉਂਕਿ ਚੋਣਾਂ ਰਾਹੀਂ ਇਸ ਜਮਾਤੀ ਰਾਜ ਪ੍ਰਬੰਧ ਦੇ ਅੰਦਰ ਸਿਰਫ ਤੇ ਸਿਰਫ ਚਿਹਰੇ ਬਦਲਦੇ ਆ, ਸਰਕਾਰਾਂ ਦੇ ਰੰਗ ਬਦਲਦੇ ਆ, ਪਰ ਸਰਕਾਰਾਂ ਦੀਆਂ ਨੀਤੀਆਂ, ਕਾਨੂੰਨ, ਸੋਚ, ਉਹਨਾਂ ਦੀ ਇਸ ਦੇਸ਼ ਨੂੰ ਚਲਾਉਣ ਦੀ ਜੋ ਆਪਣੀ ਪਾਲਿਸੀ ਹੈ, ਉਹ ਕਦੇ ਵੀ ਨਹੀਂ ਬਦਲੀ। ਪਿਛਲੇ 74 ਸਾਲਾਂ ਦਾ ਸਾਡਾ ਤਜਰਬਾ ਹੈ, ਦੇਸ਼ ਦੇ ਲੋਕਾਂ ਦਾ ਤਜਰਬਾ ਹੈ ਕਿ ਉਹਨਾਂ ਨੇ ਭਿੰਨ ਕਿਸਮ ਦੀਆਂ ਸਰਕਾਰਾਂ ਰਾਜਾਂ ਦੇ ਅੰਦਰ, ਕੇਂਦਰ ਦੇ ਅੰਦਰ ਬਦਲ ਕੇ ਵੇਖ ਲਈਆਂ, ਪਰ ਪਿਛਲੇ ਲੰਬੇ ਅਰਸੇ ਦੇ ਵਿੱਚ ਨਾ ਗਰੀਬੀ ਦਾ ਕੋਈ ਹੱਲ ਹੋਇਆ, ਨਾ ਬੇਰੁਜ਼ਗਾਰੀ ਦਾ ਕੋਈ ਹੱਲ ਹੋਇਆ, ਨਾ ਮਹਿੰਗਾਈ ਨੂੰ ਕਿਤੇ ਕੋਈ ਨੱਥ ਪਈ ਹੈ, ਨਾ ਭ੍ਰਿਸ਼ਟਾਚਾਰ ਸਾਡੇ ਦੇਸ਼ ਦੇ ਜਿਹੜਾ ਜੜ੍ਹਾਂ ਨੂੰ ਖੋਖਲਾ ਕਰ ਰਿਹਾ, ਸਿਉਂਕ ਵਾਂਗੂ ਲੱਗਿਆ, ਉਹਦਾ ਕੋਈ ਹੱਲ ਹੋਇਆ, ਅਤੇ ਨਾ ਹੀ ਔਰਤਾਂ ਪ੍ਰਤੀ ਜਿਹੜਾ ਅਪਰਾਧ ਹੈ ਇਸ ਧਰਤੀ ਦੇ ਉੱਤੇ ਦੇਸ਼ ਦੇ ਅੰਦਰ, ਉਹ ਖਤਮ ਹੋਇਆ, ਨਾ ਹੀ ਨੌਜਵਾਨਾਂ ਦੀ ਜਿਹੜੀ ਬ੍ਰੇਨ ਡਰੇਨ ਹੈ, ਬਾਹਰ ਨਿਕਾਸ ਹੋ ਰਿਹਾ, ਉਹਦਾ ਕੋਈ ਹੱਲ ਹੈ। ਯਾਨੀ ਦੀ ਜਿਹੜੇ ਆਮ ਲੋਕਾਂ ਦੇ ਬੁਨਿਆਦੀ ਮੁੱਦੇ ਨੇ, ਬੁਨਿਆਦੀ ਮਸਲੇ ਨੇ, ਉਹਨਾਂ ਪ੍ਰਤੀ
ਕੋਈ ਵੀ ਜਿਹੜੀ ਵੋਟ ਪਾਰਟੀ ਅੱਜ ਇਲੈਕਸ਼ਨ ਲੜ ਰਹੀ ਹੈ ਉਹਨਾਂ ਕੋਲ ਕੋਈ ਸਾਰਥਕ ਸੰਜੀਦਾ ਜਾਂ ਕੋਈ ਠੋਸ ਪ੍ਰੋਗਰਾਮ ਨਹੀਂ ਹੈ। ਅਸੀਂ ਇਹ ਸਮਝਦੇ ਹਾਂ ਕਿ ਇਸ ਧਰਤੀ ਦੇ ਉੱਤੇ ਜਿੰਨੀ ਦੇਰ ਤੱਕ ਪੂੰਜੀ ਦਾ ਰਾਜ ਹੈ, ਜਿੰਨੀ ਦੇਰ ਤੱਕ ਵੱਡੇ ਧਨਾਡਾਂ ਦਾ ਰਾਜ ਹੈ, ਵੱਡੇ ਭੌਂਪਤੀਆਂ ਦਾ ਰਾਜ ਹੈ, ਉਨੀ ਦੇਰ ਤੱਕ ਜਿੰਨੀ ਦੇਰ ਤੱਕ ਪੈਦਾਵਾਰ ਦੇ ਸੰਦ ਸਾਧਨਾਂ ਤੇ ਵੱਡੇ ਲੁਟੇਰੇ ਕਾਬਜ ਨੇ, ਇਸ ਦੇਸ਼ ਦੀ ਰਾਜਨੀਤੀ ਦਾ ਹੈਂਡਲ ਹੈ ਜਿਹੜਾ ਉਹ ਉਸ ਪੂੰਜੀਪਤੀ ਵਰਗ ਦੇ ਜਾਂ ਵੱਡੇ ਧਨਾਡਾਂ ਦੇ ਹੱਥ 'ਚ ਹੀ ਰਹੇਗਾ। ਸਵਾਲ ਉਹਨਾਂ ਨੂੰ ਬਦਲਣ ਦਾ ਹੈ, ਨਾ ਕਿ ਸਰਕਾਰਾਂ ਬਦਲਣ ਦਾ, ਨਾ ਕਿ ਚਿਹਰੇ ਬਦਲਣ ਦਾ। ਇਸ ਲਈ ਅਸੀਂ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਇਹ ਬਹੁਤ ਚੰਗੀ ਤਰ੍ਹਾਂ ਸਾਡਾ ਇਹ ਫੈਸਲਾ ਨਿਰਣਾ ਹੈ ਕਿ ਇਹਨਾਂ ਇਲੈਕਸ਼ਨਾਂ ਦੇ ਵਿੱਚ ਜਿਹੜੀਆਂ ਕਿ ਇਲੈਕਸ਼ਨਾਂ ਪੈਸੇ ਦੇ ਜ਼ੋਰ 'ਤੇ, ਬਾਹੂਬਲ ਦੇ ਜ਼ੋਰ 'ਤੇ, ਗੁੰਡਾਗਰਦੀ ਦੇ ਜ਼ੋਰ 'ਤੇ, ਨਸ਼ੇ ਦੇ ਜ਼ੋਰ 'ਤੇ ਜਿੱਤੀਆਂ ਜਾਂਦੀਆਂ, ਉਸ ਦਲਦਲ ਦੇ ਵਿੱਚ ਅਸੀਂ ਕਿਉਂ ਖੁੱਭਾਂਗੇ। ਅਸੀਂ ਲੋਕਾਂ ਨੂੰ ਇੱਕ ਅੱਡ ਸਾਰਥਕ ਰਾਹ ਦਿੱਤਾ ਹੈ ਕਿ ਅਸੀਂ ਆਪਣੇ ਮੰਗਾਂ 'ਤੇ, ਮਸਲਿਆਂ 'ਤੇ, ਜਿਹੜੇ ਸਾਡੇ ਬੁਨਿਆਦੀ ਮੁੱਦੇ ਨੇ ਉਹਨਾਂ 'ਤੇ ਅਸੀਂ ਲੜਾਈ ਲੜੀਏ, ਉਹਨਾਂ 'ਤੇ ਸੰਘਰਸ਼ ਕਰੀਏ, ਉਹਨਾਂ 'ਤੇ ਅੰਦੋਲਨ ਕਰੀਏ, ਸੜਕਾਂ 'ਤੇ ਆਈਏ ਔਰ ਸਰਕਾਰ ਨੂੰ ਮਜਬੂਰ ਕਰੀਏ ਕਿ ਉਹ ਸਾਡੇ ਹੱਕ ਦੀਆਂ ਨੀਤੀਆਂ ਬਣਾਵੇ, ਸਾਡੇ ਹੱਕ ਦੇ ਕਾਨੂੰਨ ਬਣਾਵੇ, ਸਾਡੇ ਹੱਕ 'ਚ ਫੈਸਲੇ ਕਰੇ। ਕਹਿੰਦਾ ਜੀ ਕੁਝ ਕੁ ਜਿਹੜੀਆਂ ਹੈਗੀਆਂ ਕਮਿਊਨਿਸਟ ਧਿਰਾਂ ਉਹ ਚੋਣਾਂ ਦੇ ਵਿੱਚ ਹਿੱਸਾ ਵੀ ਲੈਂਦੀਆਂ ਨੇ, ਉਹ ਕਹਿੰਦੀਆਂ ਲੜਨੀਆਂ ਚਾਹੀਦੀਆਂ, ਤਾਂ ਕੀ ਫਰਕ ਆ? ਉਹ ਕਿਉਂ ਕਹਿ ਰਹੇ ਨੇ ਕਿ ਲੜਨੀਆਂ ਚਾਹੀਦੀਆਂ? ਕੀ ਇਹਦੇ ਵਿੱਚ ਲੱਗਦਾ ਹੈ? ਸਾਨੂੰ ਇਹ ਲੱਗਦਾ ਹੈ ਕਿ ਜਿਹੜੀਆਂ ਵੀ ਸੋ ਕਾਲਡ ਕਮਿਊਨਿਸਟ ਧਿਰਾਂ ਇਹਨਾਂ ਚੋਣਾਂ ਦੇ ਵਿੱਚ ਹਿੱਸਾ ਲੈ ਰਹੀਆਂ, ਸਾਡੀ ਸਮਝਦਾਰੀ ਹੈ ਕਿ ਅਸਲ 'ਚ ਉਹ ਕਮਿਊਨਿਸਟ ਫਲਸਫੇ ਨੂੰ ਛੱਡ ਚੁੱਕੀਆਂ। ਉਹਨਾਂ ਦਾ ਕਮਿਊਨਿਸਟ ਸਿਧਾਂਤ ਦੇ ਨਾਲ ਕੋਈ ਨੇੜੇ ਤੇੜੇ ਦਾ ਵਾਸਤਾ ਨਹੀਂ ਹੈ। ਉਹ ਮਿਲੀ ਭਗਤ ਜਾਂ ਐਂ ਕਹਿ ਲਓ ਵੀ ਕਲਾਸ ਕੋਲੈਬੋਰੇਸ਼ਨ, ਜਮਾਤੀ ਭਿਆਲੀ ਦੀ ਲਾਈਨ 'ਤੇ ਚੱਲ ਰਹੀਆਂ। ਉਹ ਇਹਨਾਂ ਚੋਣਾਂ ਦੇ ਵਿੱਚ ਹਿੱਸਾ ਲੈ ਕੇ ਸਿਰਫ ਆਪ ਦੀ ਜਿਹੜੀ ਪਛਾਣ ਪਿਛਲੇ 74 ਸਾਲਾਂ 'ਚ ਉਹਨਾਂ ਨੇ ਵੱਖ-ਵੱਖ ਪਾਰਟੀਆਂ ਨਾਲ ਭਿਆਲੀ ਕਰਕੇ, ਉਹਨਾਂ ਨਾਲ ਸਾਂਝ ਪਾ ਕੇ, ਚਾਹੇ ਕੇਂਦਰ 'ਚ ਰਾਜ ਸੱਤਾ CPI ਨੇ ਹਾਸਲ ਕੀਤੀ ਹੈ, ਭਾਵੇਂ ਕੇਰਲਾ ਦੇ ਵਿੱਚ, ਤ੍ਰਿਪੁਰਾ ਦੇ ਵਿੱਚ, ਬੰਗਾਲ ਦੇ ਵਿੱਚ CPM ਤੇ CPI ਨੇ ਉੱਥੇ ਰਾਜ ਭਾਗ ਸੰਭਿਆ, ਪਰ ਰਾਜ ਭਾਗ 'ਤੇ ਕਾਬਜ ਹੋਣ ਦੇ ਬਾਵਜੂਦ ਵੀ ਜੇ ਲੋਕਾਂ ਦੇ ਬੁਨਿਆਦੀ ਮਸਲੇ ਹੱਲ ਨਹੀਂ ਕਰ ਸਕੇ, ਫੇਲ ਹੋ ਚੁੱਕੀਆਂ, ਤਾਂ ਅੱਜ ਉਹਨਾਂ ਨੂੰ ਆਪਣੀ ਗਵਾਚੀ ਪਛਾਣ ਬਹਾਲ ਕਰਨ ਦਾ ਜਿਹੜਾ ਇੱਕ ਸੰਕਟ ਦਰਪੇਸ਼ ਹੈ। ਉਸੇ ਬਹਾਲੀ ਲਈ ਅੱਜ ਕਿਸਾਨ ਸੰਘਰਸ਼ ਦੀ ਜਿਹੜੀ ਚੜ੍ਹਤ ਬਣੀ, ਦੁਨੀਆ ਦੇ ਵਿੱਚ ਜਿਹੜੀ ਠੁੱਕ ਬਣੀ, ਦੁਨੀਆ ਦੇ ਵਿੱਚ ਜਿਹੜਾ ਇੱਕ ਹੁੰਗਾਰਾ ਮਿਲਿਆ, ਉਸ ਨੂੰ ਦਗਾ ਦੇ ਕੇ ਇਹ ਜਿਹੜੀਆਂ ਸੋ ਕਾਲਡ ਕਮਿਊਨਿਸਟ ਧਿਰਾਂ ਨੇ, ਜਿਨ੍ਹਾਂ ਦੇ ਵਿੱਚ CPI ਹੈ, ਜਿਨ੍ਹਾਂ ਦੇ ਵਿੱਚ CPM ਹੈ, ਜਿਹਦੇ ਵਿੱਚ RMPI ਹੈ, ਜਿਹਦੇ ਵਿੱਚ ਲਿਬਰੇਸ਼ਨ ਗਰੁੱਪ ਹੈ, ਇਹ ਸਾਰੀਆਂ ਹੀ ਜਿਹੜੀਆਂ ਵੋਟ ਪਾਰਟੀਆਂ ਨੇ, ਇਹਨਾਂ ਨੂੰ ਮਸੀਂ ਸੰਯੁਕਤ ਸਮਾਜ ਮੋਰਚੇ ਦਾ ਆਸਰਾ ਮਿਲਿਆ, ਕਿਉਂਕਿ ਆਪ ਦਾ ਮਾਸ ਬੇਸ ਬਹੁਤ ਘੱਟ ਹੈ, ਬਹੁਤ ਥੋੜ੍ਹਾ ਹੈ, ਕੁਛ ਪੌਕਟਾਂ ਦੇ ਅੰਦਰ ਹੈ, ਉਹ ਵੀ ਟ੍ਰੇਡ ਯੂਨੀਅਨ ਦੇ ਅੰਦਰ ਹੈ, ਕਿਸਾਨੀ ਦੇ ਅੰਦਰ ਇਹਨਾਂ ਦਾ ਕੋਈ ਮਾਸ ਆਧਾਰ ਨਹੀਂ ਹੈ। ਕਿਉਂਕਿ ਇਸ ਸੰਘਰਸ਼ ਦੇ ਵਿੱਚ ਵੀ, ਅੰਦੋਲਨ ਦੇ ਵਿੱਚ ਵੀ ਸਪਸ਼ਟ ਹੋ ਗਿਆ ਕਿ ਚਾਹੇ ਉਹ ਪੰਜਾਬ ਕਿਸਾਨ ਸਭਾਵਾਂ ਨੇ, ਚਾਹੇ ਉਹ ਦੂਸਰੀਆਂ ਜਿਹੜੀਆਂ ਕਮਿਊਨਿਸਟ ਸੋ ਕਾਲਡ ਧਿਰਾਂ ਨੇ, ਉਹਨਾਂ ਦੀਆਂ ਕਿਸਾਨ ਜਥੇਬੰਦੀਆਂ ਨੇ, ਉਹਨਾਂ ਦਾ ਮਾਸ ਆਧਾਰ ਨਹੀਂ ਹੈ। ਜਿਨ੍ਹਾਂ ਦਾ ਮਾਸ ਆਧਾਰ ਹੈ ਉਹ ਸਾਰੀਆਂ ਹੀ ਜਿਹੜੀਆਂ ਕਿਸਾਨ ਜਥੇਬੰਦੀਆਂ, ਉਹਨਾਂ ਨੇ ਇਸ ਗੱਲ ਨੂੰ ਸਮਝ ਕੇ ਕਿ ਜੇ ਸੰਯੁਕਤ ਕਿਸਾਨ ਮੋਰਚਾ ਅੱਡ ਵੀ ਜਾਂ ਕੋਈ ਹੋਰ ਨਾਂ ਦੇ ਥੱਲੇ ਵੀ ਇਲੈਕਸ਼ਨਾਂ ਲੜਦਾ ਹੈ, ਤਾਂ ਉਹ ਜਿਹੜਾ ਇੱਕ ਸਾਡਾ ਦੇਸ਼ ਦੇ ਲੋਕਾਂ ਦੇ ਅੰਦਰ ਪਛਾਣ ਬਣੀ ਹੈ, ਜੋ ਸਾਡਾ ਇੱਕ ਲੋਕਾਂ ਦੇ ਅੰਦਰ ਨਕਸ਼ਾ ਬਣਿਆ, ਉਹ ਨਕਸ਼ਾ ਤੇ ਉਹ ਪਛਾਣ ਅਸੀਂ ਗਵਾ ਲਾਂਗੇ। ਤੇ ਹੁਣ ਤੁਸੀਂ ਆਮ ਕਿਸੇ ਵੀ ਪਿੰਡ ਦੇ ਵਿੱਚ ਆਮ ਸਧਾਰਨ ਬੰਦੇ ਨਾਲ ਚਰਚਾ ਕਰੋ ਤੇ ਸਾਰੇ ਇਸ ਗੱਲੋਂ ਨਿਰਾਸ਼ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੇ ਵਿੱਚੋਂ ਅੱਡ ਹੋ ਕੇ ਇਹਨਾਂ ਧਿਰਾਂ ਨੂੰ ਇਹ ਪੰਗਾ ਨਹੀਂ ਸੀ ਲੈਣਾ ਚਾਹੀਦਾ, ਕਿਉਂਕਿ ਇਹਦੇ ਅੰਦਰ, ਇਸ ਖਲਜਗਨ ਦੇ ਅੰਦਰ, ਇਸ ਦਲਦਲ ਦੇ ਅੰਦਰ ਅਸੀਂ ਜਦੋਂ ਰੁੱਝ ਜਾਵਾਂਗੇ ਤਾਂ ਅਸੀਂ ਆਪਣੇ ਅਸਲ ਮੁੱਦਿਆਂ ਤੋਂ ਜਿਹੜੀ ਆਪਣੀ ਸ਼ਿਸ਼ਤ ਹੈ, ਜਿਹੜਾ ਆਪਣਾ ਨਿਸ਼ਾਨਾ ਹੈ, ਉਹ ਗਵਾ ਲਾਂਗੇ। ਅਸੀਂ ਇਹ ਸਮਝਦੇ ਹਾਂ ਕਿ ਇਹਨਾਂ ਚੋਣਾਂ ਦੇ ਅੰਦਰ ਲੋਕਾਂ ਨੂੰ ਸਿਰਫ ਤੇ ਸਿਰਫ ਆਪਣੇ ਮਸਲਿਆਂ ਪ੍ਰਤੀ ਸੁਚੇਤ ਕਰਨ ਦਾ, ਉਹਨਾਂ ਮਸਲਿਆਂ ਦੇ ਕਾਰਨ ਕੀ ਨੇ, ਮਹਿੰਗਾਈ ਦੇ ਕਾਰਨ ਕੀ ਨੇ, ਬੇਰੁਜ਼ਗਾਰੀ ਦੇ ਕਾਰਨ ਕੀ ਨੇ, ਜਿਹੜਾ ਗਰੀਬ ਤੇ ਅਮੀਰ ਦਾ ਪਾੜਾ ਵੱਧ ਰਿਹਾ ਹੈ, ਕਿ ਦੁਨੀਆ ਭਰ ਦੀ ਕੁੱਲ ਪੂੰਜੀ ਦਾ 80% ਹੈ ਜਿਹੜਾ ਉਹ ਦੁਨੀਆ ਦੇ 180 ਵੱਡੇ ਪੂੰਜੀਪਤੀਆਂ ਕੋਲ ਹੈ। ਇਹਦਾ ਮਤਲਬ ਹੈ ਕਿ ਉਹ ਕਾੜਾ ਜਿਹੜਾ ਸਰਮਾਏ ਦਾ ਕਿਲਾ ਹੈ, ਜਿਹਦੇ ਤੇ 120 ਬੰਦਿਆਂ ਦਾ ਕਬਜ਼ਾ ਹੈ, ਉਹ ਕਿਲਾ ਅਸੀਂ ਤੋੜਨਾ ਹੈ। ਉਹਨੂੰ ਇਨਕਲਾਬ ਕਹਿੰਦੇ ਆ, ਉਹਨੂੰ ਕ੍ਰਾਂਤੀ ਕਹਿੰਦੇ ਆ। ਉਹ ਤੋੜਨ ਦੇ ਲਈ ਇੱਕ ਬਹੁਤ ਤਕੜੀ ਜਾਨਦਾਰ
ਔਰ ਜਿਹੜੀ ਇਨਕਲਾਬੀ ਵਿਚਾਰਧਾਰਾ ਨਾਲ ਲੈਸ ਇੱਕ ਪਾਰਟੀ, ਇੱਕ ਸਾਂਝੀ ਲਹਿਰ, ਇੱਕ ਇਨਕਲਾਬੀ ਲੋਕ ਲਹਿਰ, ਉਹਦੀ ਅੱਜ ਲੋੜ ਹੈ ਸਮਾਜ ਦੇ ਅੰਦਰ। ਉਹ ਬਣਾਉਣ ਦੇ ਲਈ ਅਸੀਂ ਜੁਟੇ ਹੋਏ ਹਾਂ, ਚੱਲ ਰਹੇ ਹਾਂ। ਸਾਡੀ ਪੰਜਾਬ ਦੀਆਂ ਹੋਰ ਇਨਕਲਾਬੀ ਜਥੇਬੰਦੀਆਂ ਨਾਲ, ਇਨਕਲਾਬੀ ਪਾਰਟੀਆਂ ਨਾਲ ਵੀ ਗੱਲਬਾਤ ਚੱਲ ਰਹੀ ਹੈ। ਅਸੀਂ ਸਾਂਝੇ ਤੌਰ 'ਤੇ ਆਉਂਦੇ 20-25 ਦਿਨਾਂ ਦੇ ਵਿੱਚ, ਚੋਣਾਂ ਤੋਂ ਪਹਿਲਾਂ ਪੰਜਾਬ ਦੇ ਅੰਦਰ ਇੱਕ ਵੱਡੀ ਮੁਹਿੰਮ ਬਣਾਉਣ ਦੇ ਕੋਸ਼ਿਸ਼ ਕਰ ਰਹੇ ਹਾਂ, ਔਰ ਉਹਦੇ ਅਸੀਂ ਚੰਗੇ ਸਿੱਟੇ ਕੱਢਾਂਗੇ। ਔਰ ਲੋਕਾਂ ਦੀ ਜੋ ਮਾਨਸਿਕਤਾ ਹੈ, ਅਸੀਂ ਉਹਦੇ ਸਮਰੂਪ ਲੋਕਾਂ ਨੂੰ ਇੱਕ ਸਹੀ ਅਗਵਾਈ ਦੇਣ ਦਾ ਜਿਹੜਾ ਪ੍ਰੋਗਰਾਮ ਉਹ ਲੈ ਕੇ ਆ ਰਹੇ ਹਾਂ। ਜਿਹੜੇ ਚੋਣਾਂ ਲੜ ਰਹੇ ਨੇ ਜੀ, ਉਹ ਆਪਣੇ ਆਪ ਨੂੰ ਉਹ ਵੀ ਕਹਿ ਰਹੇ ਕਿ ਅਸੀਂ ਇਨਕਲਾਬੀ ਆ ਨਾ, ਇੱਕ ਬਹਿਸ ਵੀ ਚੱਲ ਰਹੀ ਹੈ ਪ੍ਰਤੀਬੱਧ ਵਾਲਿਆਂ ਦੀ ਵੀ, ਹਨ ਉਹ ਵੀ ਲੜਨੀਆਂ ਚਾਹੀਦੀਆਂ ਨੇ, ਤਾਂ ਕੀ ਉਹਨਾਂ ਨੂੰ ਫਿਰ ਆਪਾਂ ਇਨਕਲਾਬੀ ਕਹਿ ਸਕਦੇ ਹਾਂ? ਉਹਨਾਂ ਨੂੰ ਕੀ ਕਹੀਏ ਫਿਰ? ਦੇਖੋ, ਜਿੱਥੋਂ ਤੱਕ ਕਮਿਊਨਿਸਟ ਫਲਸਫੇ ਦਾ ਜਾਂ ਕਮਿਊਨਿਸਟ ਸਿਧਾਂਤ ਦਾ ਸਵਾਲ ਹੈ, ਕਮਿਊਨਿਸਟ ਸਿਧਾਂਤ ਚੋਣਾਂ 'ਚ ਹਿੱਸਾ ਲੈਣ ਨੂੰ ਰੱਦ ਨਹੀਂ ਕਰਦਾ। ਇਹ ਇੱਕ ਦਾਅ ਪੇਚ ਦਾ ਸਵਾਲ ਹੈ। ਸਵਾਲ ਇਹ ਹੈ ਕਿ ਕੀ ਤੁਸੀਂ ਹਿੱਸਾ ਜੇ ਲੈਣਾ ਹੈ ਤਾਂ ਕਦੋਂ ਲੈਣਾ ਹੈ, ਕਿਵੇਂ ਲੈਣਾ ਹੈ, ਉਹ ਹਾਲਾਤ, ਠੀਕ ਹੈ, ਲੋਕਾਂ ਦੀ ਮਾਨਸਿਕਤਾ, ਲੋਕਾਂ ਦਾ ਮਨੋਬਲ, ਲੋਕ ਲਹਿਰ, ਇਹ ਸਾਰੀਆਂ ਹਾਲਤਾਂ ਦਾ ਜਾਇਜ਼ਾ ਲੈ ਕੇ, ਔਰ ਇਹ ਵੇਖਣਾ ਪਊਗਾ ਕਿ ਇਹਨਾਂ ਚੋਣਾਂ 'ਚ ਹਿੱਸਾ ਲੈ ਕੇ ਕੀ ਅਸੀਂ ਇਨਕਲਾਬੀ ਲਹਿਰ ਦਾ ਵਧਾਰਾ ਕਰ ਰਹੇ ਹਾਂ ਕਿ ਲੋਕਾਂ 'ਚ ਨਿਰਾਸ਼ਤਾ ਪੈਦਾ ਕਰ ਰਹੇ ਹਾਂ। ਹਾਂ, ਜਦੋਂ ਕੋਈ ਲੋਕ ਲਹਿਰ ਇੰਨੀ ਪਿੱਚ ਤੇ ਚਲੀ ਜਾਂਦੀ ਹੈ, ਜਦੋਂ ਲੋਕ ਸੱਚੀ ਮੁੱਚੀ ਮਾਨਸਿਕ ਤੌਰ 'ਤੇ, ਸਮਝਦਾਰੀ ਦੇ ਤੌਰ 'ਤੇ, ਵਿਚਾਰ ਦੇ ਤੌਰ 'ਤੇ ਇਨਕਲਾਬ ਨੂੰ ਅਪਣਾ ਲੈਂਦੇ ਹੈ, ਤਾਂ ਉਹਨਾਂ ਮੌਕਿਆਂ 'ਤੇ ਜਦੋਂ ਸਟੇਟ ਬਹੁਤ ਜ਼ੋਰਾਵਰ ਹੋ ਜਾਂਦੀ ਹੈ, ਜਦੋਂ ਸਟੇਟ ਡੰਡਾ ਵਰਤਦੀ ਹੈ, ਜਦੋਂ ਸਟੇਟ ਕਾਲੇ ਕਾਨੂੰਨ ਇਨਕਲਾਬੀ ਆਗੂਆਂ 'ਤੇ ਮੜਨ ਦੀ ਕੋਸ਼ਿਸ਼ ਕਰਦੀ ਹੈ। ਰੂਸ ਦੇ ਇਤਿਹਾਸ 'ਚ ਵੀ ਇਹ ਐਂ ਹੋਇਆ ਕਿ ਉੱਥੇ ਉਹਨਾਂ ਨੇ ਦਾਅ ਪੇਚ ਦੇ ਤੌਰ 'ਤੇ ਇਹਨਾਂ ਇਲੈਕਸ਼ਨਾਂ ਦੇ ਵਿੱਚ ਹਿੱਸਾ ਲਿਆ। ਅਸੀਂ ਇਹਨੂੰ ਰੱਦ ਨਹੀਂ ਕਰਦੇ, ਪਰ ਅੱਜ ਦੀ ਹਾਲਤ ਦੇ ਅੰਦਰ, ਅੱਜ ਜਦੋਂ ਫਾਸ਼ੀਵਾਦ ਦਾ ਸਭ ਤੋਂ ਵੱਡਾ ਖਤਰਾ ਹੈ, ਅੱਜ ਜਦੋਂ ਨਿੱਜੀਕਰਨ ਦਾ, ਉਦਾਰੀਕਰਨ ਦਾ, ਖੁੱਲ੍ਹੀ ਮੰਡੀ ਦਾ ਔਰ ਸਾਮਰਾਜੀ ਦੈਂਤਾਂ ਦਾ ਸਾਡੇ ਦੇਸ਼ ਦੇ ਕਿਰਤੀਆਂ ਨੂੰ, ਖਾਸ ਤੌਰ 'ਤੇ ਮਜ਼ਦੂਰ ਵਰਗ ਹੈ ਜਿਹੜਾ, ਜਿਹਦੇ ਕਿਰਤ ਕਾਨੂੰਨਾਂ ਨੂੰ ਖਤਮ ਕਰਕੇ, ਪਹਿਲੇ ਹੱਕਾਂ ਨੂੰ ਖਤਮ ਕਰਕੇ ਕਾਰਪੋਰੇਟ ਦੇ ਪੱਖ 'ਚ ਕਾਨੂੰਨ ਲਿਆਏ ਹੈ। ਇਹ ਤਾਂ ਭਲਾ ਹੋਵੇ ਕਿਸਾਨ ਲਹਿਰ ਦਾ, ਕਿਸਾਨ ਮੂਵਮੈਂਟ ਦਾ, ਜਿਹਨੂੰ ਅਸੀਂ ਸਲਾਮ ਕਰਦੇ ਹਾਂ, ਸਜਦਾ ਕਰਦੇ ਹਾਂ ਕਿ ਉਹਨਾਂ ਨੇ ਇਕਜੁੱਟ ਹੋ ਕੇ ਵਿਚਾਰਤਕ ਵਖਰੇਵਾਂ ਤੋਂ ਉੱਪਰ ਉੱਠ ਕੇ ਪੰਜਾਬ ਦੇ ਨਹੀਂ, ਦੇਸ਼ ਦੇ ਲੋਕਾਂ ਨੂੰ ਇੱਕ ਰਸਤਾ ਦਿੱਤਾ ਹੈ। ਅਸੀਂ ਚਾਹੁੰਦੇ ਹਾਂ ਕਿ ਕਿਸਾਨ ਮੂਵਮੈਂਟ ਵਿਹੜੇ ਵਾਲੇ ਮਜ਼ਦੂਰਾਂ ਨੂੰ, ਗਰੀਬ ਦਲਿਤਾਂ ਨੂੰ, ਆਮ ਮਿਹਨਤਕਸ਼ਾਂ ਨੂੰ, ਸੰਤੀ ਮਜ਼ਦੂਰਾਂ ਨੂੰ ਨਾਲ ਜੋੜੇ। ਔਰ ਸਭ ਤੋਂ ਵੱਡਾ ਕਾਰਜ ਹੈ ਕਿ ਜਿਹੜੀਆਂ ਸਾਡੀਆਂ ਮਾਵਾਂ ਭੈਣਾਂ ਨੇ, ਜਿਨ੍ਹਾਂ ਨੇ ਸੰਘਰਸ਼ ਦੇ ਵਿੱਚ ਮੁੱਖ ਭੂਮਿਕਾ ਬਣਾਈ ਹੈ, ਇਹਨਾਂ ਸਾਰਿਆਂ ਦਾ ਇੱਕ ਗੱਠਜੋੜ ਬਣੇ, ਇੱਕ ਸਾਂਝ ਬਣੇ, ਇੱਕ ਕਰੰਗੜੀ ਬਣੇ। ਔਰ ਉਹ ਕਰੰਗੜੀ ਹੈ ਜਿਹੜੀ, ਉਹ ਇਸ ਸਾਮਰਾਜ ਦੇ ਫੰਦੇ ਨੂੰ, ਫਾਸ਼ੀਵਾਦ ਦੇ ਫੰਦੇ ਨੂੰ, ਇਸ ਮਹਿੰਗਾਈ ਨੂੰ, ਇਸ ਗਰੀਬੀ ਦੇ ਫੰਦੇ ਨੂੰ ਤੋੜ ਕੇ ਇੱਕ ਸਰਬ ਸਾਂਝਾ ਪੁੱਗਤ ਵਾਲਾ, ਲੋਕਾਂ ਦੀ ਇੱਛਾ ਵਾਲਾ, ਇੱਕ ਬਰਾਬਰਤਾ ਵਾਲਾ ਸਮਾਜਵਾਦੀ ਸਮਾਜ ਹੈ ਜਿਹੜਾ, ਉਹ ਬਣਾਉਣ ਦੇ ਕਾਬਿਲ ਹੋ ਸਕਦੀ ਹੈ। ਕਿੰਨੀ ਕੁ ਉਮੀਦ ਲੱਗਦੀ ਹੈ ਜੀ, ਕਿੱਥੇ ਕੁ ਪਹੁੰਚੀ ਹੈ ਗੱਲ? ਜਿਵੇਂ ਬਹੁਤ ਲੰਮੇ ਸਮੇਂ ਤੋਂ ਲੋਕ ਲੜ ਰਹੇ ਨੇ, ਜਿਹੜੀਆਂ ਕਮਿਊਨਿਸਟ ਧਿਰਾਂ ਉਹ ਵੀ ਲੜ ਰਹੀਆਂ ਨੇ, ਆਪਣੀ ਗੱਲ ਮਨਾਉਣ ਦੇ ਵਿੱਚ, ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਤੁਹਾਨੂੰ ਲੱਗਦਾ ਕੁਝ ਕਾਮਯਾਬ ਹੋਏ ਨੇ, ਜਾਂ ਗੱਲ ਕਿੱਥੇ ਕੁ ਪਹੁੰਚੀ ਆ? ਅੱਜ ਕਿਸਾਨ ਲਹਿਰ ਦੀ ਜਿੱਤ ਤੋਂ ਬਾਅਦ ਪਿੰਡਾਂ ਦੇ ਵਿੱਚ ਵੱਡੀ ਪੱਧਰ ਤੇ ਸਨਮਾਨ ਸਮਾਗਮ ਹੋ ਰਹੇ ਆ, ਕਿਸਾਨ ਆਗੂਆਂ ਦੇ ਸਨਮਾਨ ਕੀਤੇ ਜਾ ਰਹੇ ਆ। ਧਾਰਮਿਕ ਸ਼ਰਧਾ ਦੇ ਤਹਿਤ ਗੁਰਦੁਆਰਾ ਸਾਹਿਬਾਂ ਦੇ ਵਿੱਚ ਜਿਹੜੇ ਭੋਗ ਪਾਏ ਜਾ ਰਹੇ ਨੇ, ਉੱਥੇ ਸੰਗਤ ਵੱਡੀ ਪੱਧਰ ਤੇ ਇਕੱਠੀ ਹੁੰਦੀ ਆ, ਮਾਵਾਂ ਭੈਣਾਂ, ਬਜ਼ੁਰਗ। ਪਰ ਮੈਂ ਇੱਕ ਦੇਖਿਆ ਕਿ ਉਹਨਾਂ ਇਕੱਠਾਂ ਦੇ ਵਿੱਚ, ਸਨਮਾਨ ਸਮਾਗਮਾਂ ਦੇ ਵਿੱਚ ਸਾਡਾ ਜਿਹੜਾ 1/3 ਹਿੱਸਾ ਹੈ ਸਮਾਜ ਦਾ, 33% ਜਿਹੜੇ ਵਿਹੜੇ ਵਾਲੇ ਸਾਡੇ ਗਰੀਬ ਮਜ਼ਦੂਰ ਨੇ, ਉਹਨਾਂ ਦੀ ਪਾਰਟਿਸਪੇਸ਼ਨ ਨਹੀਂ ਹੈ। ਸਾਡੀਆਂ ਕਿਸਾਨ ਜਥੇਬੰਦੀਆਂ ਨੂੰ, ਸਾਡੇ ਸੰਯੁਕਤ ਕਿਸਾਨ ਮੋਰਚੇ ਨੂੰ ਇਹ ਏਜੰਡਾ ਹੱਥ ਲੈਣਾ ਪਊਗਾ ਕਿ ਉਹ ਜਿਹੜਾ ਕਿਰਤੀ ਵਰਗ ਸਭ ਤੋਂ ਦੱਬਿਆ ਕੁਚਲਿਆ, ਸਭ ਤੋਂ ਵੱਧ ਲੁੱਟ ਦਾ ਸ਼ਿਕਾਰ ਹੈ, ਸਭ ਤੋਂ ਵੱਧ ਜਾਤੀ ਪਾਤੀ ਦਾਬੇ ਦਾ ਸ਼ਿਕਾਰ ਹੈ, ਉਹਨੂੰ ਨਾਲ ਕਿਵੇਂ ਜੋੜਨਾ, ਇਹ ਏਜੰਡਾ ਲੈਣਾ ਪਊਗਾ। ਕਿਸਾਨ ਮੂਵਮੈਂਟ ਨੂੰ ਜੇ MSP ਦਾ ਉਹਨੇ ਏਜੰਡਾ ਲੈਣਾ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਉਣ ਦਾ ਏਜੰਡਾ ਲੈਣਾ, WTO 'ਚੋਂ ਦੇਸ਼ ਨੂੰ ਬਾਹਰ ਕੱਢਣ ਦਾ ਏਜੰਡਾ ਲੈਣਾ, ਉਹਨਾਂ ਨੇ ਕਰਜ਼ੇ ਰੱਦ, ਹਰ ਕਿਸਮ ਦੇ ਕਰਜ਼ੇ ਰੱਦ ਕਰਾਉਣ ਦਾ ਮੁੱਦਾ ਲੈਣਾ, ਤਾਂ ਉਹਦੇ ਨਾਲ ਨਾਲ ਮੈਂ ਸਮਝਦਾ ਕਿ ਪਿੰਡਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਨੂੰ ਵਿਸ਼ੇਸ਼ ਜ਼ਿੰਮੇਵਾਰੀ ਊਟ ਕੇ ਪਿੰਡਾਂ ਦੇ ਵਿੱਚ ਉਹਨਾਂ ਗਰੀਬ ਕੁੱਲੀਆਂ 'ਚ, ਗਰੀਬ ਢਾਰਿਆਂ 'ਚ, ਠੀਕ ਹੈ, ਜਿੱਥੇ ਗੰਦਗੀ ਭਰੀ ਹੈ, ਜਿੱਥੇ ਭੁੱਖ ਨੰਗ ਗਰੀਬੀ ਹੈ, ਉਹਨਾਂ ਲੋਕਾਂ ਨੂੰ ਮੋਢਿਓਂ ਫੜ ਕੇ ਜੱਫੀ 'ਚ ਲੈ ਕੇ ਨਾਲ ਦੌੜਨਾ ਪਊਗਾ ਜੇ ਇੱਕ ਸੱਚੀ ਮੁੱਚੀ ਦੀ ਇਨਕਲਾਬੀ ਲਹਿਰ ਉਹ ਲੋਕ ਵਿਕਸਿਤ ਕਰਨੀ ਹੈ। ਔਰ ਇਹਦੇ 'ਚ ਮਾਵਾਂ ਭੈਣਾਂ ਦਾ ਵੀ ਇੱਕ ਵਿਸ਼ੇਸ਼ ਸਥਾਨ ਹੈ, ਉਹਨਾਂ ਨੂੰ ਵੀ
ਇਸ ਕਿਸਾਨ ਮੂਵਮੈਂਟ ਜਿਵੇਂ ਨਾਲ ਜੋੜਿਆ, ਹੋਰ ਵੱਧ ਤਰੱਦਦ ਕਰਕੇ ਉਹਨਾਂ ਨੂੰ ਨਾਲ ਜੋੜਨਾ ਪਊਗਾ। ਔਰ ਸਭ ਤੋਂ ਵੱਡਾ ਧਿਆਨ ਹੈ ਜਿਹੜਾ ਕਿਸਾਨ ਮੂਵਮੈਂਟ ਨੂੰ ਨੌਜਵਾਨ ਵਰਗ ਤੇ ਕੇਂਦਰਿਤ ਕਰਨਾ ਪਊਗਾ। ਨੌਜਵਾਨਾਂ ਨੂੰ ਤੁਸੀਂ ਦੂਸਰੇ ਪਾਸਿਓਂ ਗੰਦੇ ਸੱਭਿਆਚਾਰ ਚੋਂ, ਨਸ਼ਿਆਂ ਚੋਂ, ਨਿਰਾਸ਼ਤਾ ਚੋਂ, ਬੇਚੈਨੀ ਚੋਂ ਕੱਢ ਕੇ ਇੱਕ ਰਾਹ ਦਿਖਾਇਆ ਹੈ, ਇੱਕ ਚਾਨਣ ਦਿੱਤਾ ਹੈ, ਠੀਕ ਹੈ ਨਾ। ਇਹ ਚਾਨਣ ਦਾ ਜਿਹੜਾ ਆਕਾਰ ਹੈ ਇਹ ਵੱਡਾ ਹੋਣਾ ਚਾਹੀਦਾ, ਇਹ ਜਿਹੜਾ ਰਸਤਾ ਹੈ ਇਹ ਵਿਸ਼ਾਲ ਹੋਣਾ ਚਾਹੀਦਾ। ਇਹਦੇ ਲਈ ਕਿਸਾਨ ਮੂਵਮੈਂਟ ਜਿਹੜੀ ਇਨਕਲਾਬੀ ਕਿਸਾਨ ਮੂਵਮੈਂਟ ਹੈ ਉਹਨੂੰ ਆਪਣੀ ਜ਼ਿੰਮੇਵਾਰੀ ਉੱਠਣੀ ਪਊਗੀ। ਉਹਨਾਂ ਨੇ ਹਰ ਕਿਸਮ ਦੀਆਂ, ਹਰ ਵਿਚਾਰਾਂ ਦੀਆਂ ਕਿਸਾਨ ਜਥੇਬੰਦੀਆਂ ਨੂੰ ਨਾਲ ਜੋੜਿਆ। ਕੁਛ ਜਥੇਬੰਦੀਆਂ ਨੇ ਲਾਲਸਾ ਤਹਿਤ, ਸੱਤਾ ਦੀ ਲਾਲਸਾ ਤਹਿਤ ਇਹਦੇ 'ਚੋਂ ਅੱਡ ਹੋ ਕੇ ਸਮਾਜ ਮੋਰਚਾ ਬਣਾ ਕੇ ਇਲੈਕਸ਼ਨ ਦੇ ਵਿੱਚ ਹਿੱਸਾ ਲੈਣਾ ਜਿਹੜਾ ਸ਼ੁਰੂ ਕੀਤਾ। ਮੈਨੂੰ ਲੱਗਦਾ ਕਿ ਉਹਦਾ ਕੋਈ ਬਹੁਤਾ ਪੋਜ਼ਿਟਿਵ ਅਸਰ, ਕੋਈ ਹਾਂ ਪੱਖੀ ਅਸਰ ਸਮਾਜ ਦੇ ਅੰਦਰ ਨਹੀਂ ਜਾਊਗਾ, ਨੈਗੇਟਿਵ ਹੀ ਅਸਰ ਜਾਊਗਾ। ਔਰ ਲੋਕ ਸੱਚੀ ਮੁੱਚੀ ਪਿੰਡਾਂ ਦੇ ਅੰਦਰ ਆਪ ਮੁਹਾਰੇ ਗੱਲ ਕਰ ਰਹੇ ਆ ਕਿ ਗਲਤ ਹੈ, ਠੀਕ ਹੈ, ਇਹ ਇੱਧਰ ਨੂੰ ਕਿਸਾਨ ਮੋਰਚੇ ਨੂੰ ਨਹੀਂ ਸੀ ਜਾਣਾ ਚਾਹੀਦਾ। ਪਰ ਅਜੇ ਵੀ 32 ਕਿਸਾਨ ਜਥੇਬੰਦੀਆਂ ਨੂੰ, ਚਾਹੇ ਇਲੈਕਸ਼ਨਾਂ ਦਾ ਦੌਰ ਆ, ਕੁਛ ਹੈ, ਇਸ ਮੂਵਮੈਂਟ ਨੂੰ ਹੱਥ 'ਚ ਲੈ ਕੇ ਸਾਂਝੀ ਮੀਟਿੰਗ ਕਰਕੇ ਅਗਲਾ ਜਿਹੜਾ ਪ੍ਰੋਗਰਾਮ ਹੈ ਪੰਜਾਬ ਦੇ ਲੋਕਾਂ ਨੂੰ ਦੇਣਾ ਚਾਹੀਦਾ। ਵੋਟਾਂ ਤਾਂ 15-20 ਦਿਨ ਦੀ ਖੇਡ ਹੈ, ਇਹ ਖਤਮ ਹੋ ਜਾਣੀ ਹੈ। ਤੁਸੀਂ ਇੱਕ ਠੋਸ ਪ੍ਰੋਗਰਾਮ ਦਿਓ ਕਿ ਅਸੀਂ MSP ਦੀ ਕਮੇਟੀ ਬਣਵਾ ਕੇ ਉਹ ਲਾਗੂ ਕਰਾਉਣੀ ਆ, ਅਸੀਂ ਕਰਜ਼ੇ ਚੰਨੀ ਦੀ ਸਰਕਾਰ ਜਿਹੜੀ ਛੱਡ ਗਈ ਹੈ ਉਹ ਰੱਦ ਕਰਾਉਣੇ ਆ। ਔਰ ਸਭ ਤੋਂ ਵੱਡਾ ਜਿਹੜਾ ਮ੍ਰਿਤਕਾਂ ਦੇ ਆਸ਼ਰਿਤ ਨਸ਼ੀਦ ਕਿਸਾਨਾਂ ਦੇ ਪਰਿਵਾਰਾਂ ਦੇ, ਉਹਨਾਂ ਨੂੰ ਕਈਆਂ ਨੂੰ ਮੁਆਵਜ਼ਾ ਨਹੀਂ ਮਿਲਿਆ, ਕਈਆਂ ਨੂੰ ਸਰਕਾਰੀ ਨੌਕਰੀ ਨਹੀਂ ਮਿਲੀ, ਬਾਵਜੂਦ ਮਿਲਣ ਦੇ ਕਈ ਵਾਰੀ ਡੈਪੂਟੇਸ਼ਨ ਮੀਟਿੰਗਾਂ ਦੇ ਅੰਦਰ ਗੱਲਬਾਤ ਹੋਣ ਦੇ ਬਾਵਜੂਦ ਇਹ ਮਾਮਲਾ ਲਟਕਾਇਆ ਜਾ ਰਿਹਾ ਹੈ, ਕੇਸ ਵਾਪਸ ਨਹੀਂ ਹੋਏ। ਇਹ ਸਾਰੇ ਮੁੱਦੇ ਆ ਜਿਹੜੇ, ਇਹਨਾਂ ਮੁੱਦਿਆਂ ਤੇ ਲੋਕ ਅਗਵਾਈ ਚਾਹੁੰਦੇ ਆ। ਪਹਿਲਾਂ ਵਾਂਗ ਲੋਕ ਤੁਰਨ ਲਈ ਤਿਆਰ ਹੈ। ਹਾਂ, ਜੇ ਤੁਸੀਂ ਸਮਾਂ ਪਾਓਗੇ, ਥੋੜ੍ਹੀ ਢਿੱਲ ਵਰਤੋਗੇ ਤਾਂ ਇਹਦਾ ਲੋਕ ਲਹਿਰ ਲਈ, ਕਿਸਾਨ ਲਹਿਰ ਲਈ, ਕਿਸਾਨ ਮਜ਼ਦੂਰ ਲਹਿਰ ਲਈ ਇੱਕ ਵੱਡਾ ਨੁਕਸਾਨ ਹੋਊਗਾ। ਜਿਵੇਂ 23-24 ਫਰਵਰੀ ਨੂੰ ਦੇਸ਼ ਦੀ ਸੰਹਤੀ ਮਜ਼ਦੂਰ ਜਮਾਤ, ਮਜ਼ਦੂਰ ਵਰਗ ਇਹਨਾਂ ਕਿਰਤ ਕਾਨੂੰਨਾਂ ਦੀ ਬਹਾਲੀ ਦੇ ਲਈ, ਪੁਰਾਣਿਆਂ ਦੇ ਲਈ ਹੜਤਾਲ ਕਰ ਰਿਹਾ, ਉਹ ਹੜਤਾਲ ਵਾਲੇ ਦਿਨ ਕਿਸਾਨ ਘਰਾਂ 'ਚ ਨਹੀਂ ਬੈਠਣੇ ਚਾਹੀਦੇ। ਉਹਨਾਂ ਮਜ਼ਦੂਰਾਂ ਨੂੰ ਨਾਲ ਲੈ ਕੇ ਮਜ਼ਦੂਰਾਂ ਦੀ ਅਗਵਾਈ 'ਚ ਸੜਕਾਂ 'ਤੇ ਆਉਣੇ ਚਾਹੀਦੇ ਆ। ਇਹਦੇ ਨਾਲ ਇੱਕ ਯਕੀਨ ਵੱਜੂਗਾ, ਵਿਸ਼ਵਾਸ ਵੱਜੂਗਾ, ਜਿਹੜਾ ਵਰ੍ਹਿਆਂ 'ਚ, ਪਿਛਲੇ ਵਰ੍ਹਿਆਂ 'ਚ ਟੁੱਟ ਗਿਆ, ਉਹ ਬਾਈਕਾਟਾਂ ਕਰਕੇ ਟੁੱਟ ਗਿਆ, ਕਮੀ ਕਮੀਨ ਕਰਨ ਕਰਕੇ ਟੁੱਟ ਗਿਆ, ਉਹ ਦਿਹਾੜੀਆਂ ਘੱਟ ਦੇਣ ਕਰਕੇ ਟੁੱਟ ਗਿਆ, ਉਹ ਜਾਤੀ ਨਫ਼ਰਤ ਕਰਕੇ ਟੁੱਟ ਗਿਆ। ਬਾਵਜੂਦ ਇਹਦੇ ਕਿ ਪ੍ਰੋਗਰੈਸਿਵ ਸਿੱਖ ਵਿਚਾਰਧਾਰਾ ਦੇ ਬਾਵਜੂਦ ਪੰਜਾਬ ਨੇ ਉਹਨਾਂ ਗੁਰੂਆਂ ਦੇ, ਉਹਨਾਂ ਖਾਨਾਂ 'ਤੇ, ਉਹਨਾਂ ਸੇਧਾਂ 'ਤੇ ਪਹਿਰਾ ਨਹੀਂ ਦਿੱਤਾ। ਸਭੇ ਸਾਂਝੀ ਵਾਲ ਸਦਾ, ਕੋਈ ਨਾ ਦਿਸੇ ਬਾਹਰਾ ਜੀਓ। ਹੁਣ ਲੋੜ ਹੈ ਕਿ ਅੱਜ ਇਹ ਸੰਯੁਕਤ ਕਿਸਾਨ ਮੋਰਚਾ, 32 ਕਿਸਾਨ ਜਥੇਬੰਦੀਆਂ ਇਹਨਾਂ ਗੱਲਾਂ 'ਤੇ ਪਹਿਰਾ ਦੇਣ ਔਰ ਇੱਕ ਇਨਕਲਾਬੀ ਲੋਕ ਲਹਿਰ ਹੈ ਜਿਹੜੀ ਉਹ ਖੜੀ ਕਰਨ। ਇਨਕਲਾਬੀ ਕੇਂਦਰ ਪੰਜਾਬ ਪਹਿਲਾਂ ਵੀ ਇਸ ਲੋਕ ਲਹਿਰ ਖੜੀ ਕਰਨ ਦੇ ਵਿੱਚ ਪੂਰਾ ਜ਼ੋਰ ਨਾਲ ਸਾਥ ਦਿੰਦਾ ਰਿਹਾ। ਹੁਣ ਵੀ ਅਸੀਂ ਇਹ ਉਮੀਦ ਕਰਦੇ ਹਾਂ, ਕਿਉਂਕਿ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ, ਗਦਰੀ ਬਾਬਿਆਂ ਦੇ ਸੁਪਨਿਆਂ ਦਾ ਸਮਾਜ ਇੱਕ ਸਰਬ ਸਾਂਝੀ ਵਾਲਤਾ ਵਾਲਾ ਸਮਾਜਵਾਦ ਤਾਂ ਹੀ ਉਸਰ ਸਕਦਾ ਹੈ ਜੇ ਅਸੀਂ ਇਸ ਮਾਰਗ ਤੇ ਚੱਲਾਂਗੇ। ਸ਼ੁਕਰੀਆ ਜੀ, ਬਹੁਤ ਸਮਾਂ ਦਿੱਤਾ ਤੁਸੀਂ। ਸੋ ਇਹ ਸਨ ਕਮਲਜੀਤ ਖੰਨਾ ਜੀ। ਗੱਲਾਂ ਹੋਰ ਵੀ ਬਹੁਤ ਸਾਰੀਆਂ ਸਨ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ, ਕਦੇ ਫੇਰ ਇਹਨਾਂ ਨਾਲ ਹੋਰ ਵੀ ਗੱਲਬਾਤ ਕਰਾਂਗੇ। ਸੋ ਇਹਨਾਂ ਨੇ ਕਿਹਾ ਕਿ ਲੋਕ ਆ ਜਿਹੜੇ ਉਹ ਤੁਰਨ ਨੂੰ ਤਿਆਰ ਨੇ, ਉਮੀਦ ਰੱਖਦੇ ਨੇ, ਪਰ ਵੋਟਾਂ ਰਾਹੀਂ ਕੋਈ ਹੱਲ ਨਹੀਂ। ਤੁਹਾਨੂੰ ਕੀ ਲੱਗਦਾ? ਤੁਸੀਂ ਵੀ ਆਪਣੇ ਵਿਚਾਰ ਕਮੈਂਟ ਦੇ ਵਿੱਚ ਜ਼ਰੂਰ ਦਿਓ। ਜੁੜੇ ਰਹੋ ਦੁਨੀਆ